ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੀ ਹੋਸਟ ਬੇਅੰਤ ਬੈਦਵਾਨ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਮੇਰੀ ਕਹਾਣੀ ਦੇ ਵਿੱਚ ਬਹੁਤ ਸਵਾਗਤ ਕਰਦੀ ਹਾਂ। ਮੇਰੀ ਕਹਾਣੀ ਇਹਦੇ ਵਿੱਚ ਮੈਂ ਹਰ ਵਾਰ ਇੱਕ ਇੱਦਾਂ ਦੀ ਇੰਸਪੀਰੇਸ਼ਨ, ਇੱਦਾਂ ਦੀ ਮੋਟੀਵੇਸ਼ਨ ਨੂੰ ਲੈ ਕੇ ਆਉਣਾ ਚਾਹੁੰਦੀ ਹਾਂ ਜੋ ਹਰ ਇੱਕ ਦੇ ਲਈ ਇੱਕ ਸਬਕ ਬਣੇ, ਕੋਈ ਨਾ ਕੋਈ ਉਹਦੇ ਤੋਂ ਕੁਝ ਨਾ ਕੁਝ ਸਿੱਖੇ। ਤਾਂ ਉਹਦੇ ਤਹਿਤ ਅੱਜ ਸਾਡੀ ਕਹਾਣੀ ਦੇ ਵਿੱਚ ਹੈਗੇ ਨੇ ਕਿਰਨਦੀਪ ਕੌਰ। ਸਤਿ ਸ਼੍ਰੀ ਅਕਾਲ ਕਿਰਨਦੀਪ, ਤੁਹਾਡਾ ਬਹੁਤ ਸਵਾਗਤ ਹੈ ਵੌਇਸ ਆਫ ਇੰਡੀਆ ਦੇ ਮੇਰੀ ਕਹਾਣੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਵੌਇਸ ਆਫ ਇੰਡੀਆ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਮੈਨੂੰ ਇੱਥੇ ਬੁਲਾਉਣ ਤੇ ਮੈਨੂੰ ਮੌਕਾ ਦੇਣ ਲਈ ਕਿ ਮੈਂ ਆਪਣੀ ਕਹਾਣੀ ਸਾਰਿਆਂ ਦੇ ਅੱਗੇ ਪੇਸ਼ ਕਰ ਸਕਾਂ। ਕਿਰਨਦੀਪ, ਤੁਹਾਨੂੰ ਅੱਜ ਬਹੁਤ ਲੋਕੀ ਸੁਣ ਰਹੇ ਨੇ ਹਾਂਜੀ, ਔਰ ਤੁਸੀਂ ਕਿਸੇ ਨਾ ਕਿਸੇ ਦੀ ਸਟੋਰੀ ਬਣਨਾ, ਕਿਸੇ ਨਾ ਕਿਸੇ ਨੇ ਤੁਹਾਡੇ ਨਾਲ ਆਪਣੀ ਸਟੋਰੀ ਨੂੰ ਰਿਲੇਟ ਕਰਨਾ ਤੇ ਤੁਹਾਡੇ ਤੋਂ ਸਿੱਖਣਾ। ਮੈਂ ਚਾਹੂੰਗੀ ਕਿ ਤੁਸੀਂ ਕਦੋਂ ਕੈਨੇਡਾ ਆਏ ਸੀਗੇ, ਉੱਥੋਂ ਤੁਸੀਂ ਕਿਵੇਂ ਜਰਨੀ ਸਟਾਰਟ ਕੀਤੀ, ਉਹ ਤੁਸੀਂ ਸਾਡੀ ਆਡੀਅנס ਦੇ ਨਾਲ ਸ਼ੇਅਰ ਕਰੋ। ਮੈਂ ਪਹਿਲਾਂ 20 ਅਪ੍ਰੈਲ 2019 ਦੇ ਵਿੱਚ ਮੈਂ ਕੈਨੇਡਾ ਆਈ ਐਜ਼ ਅ ਇੰਟਰਨੈਸ਼ਨਲ ਸਟੂਡੈਂਟ। ਮੈਂ ਇੱਥੇ ਸਟੱਡੀ ਲੈ ਕੇ ਆਈ ਸੀਗੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਪਰ ਨੌਲੇਜ ਨਹੀਂ ਹੁੰਦੀ। ਉੱਥੋਂ ਇੰਡੀਆ ਤੋਂ ਏਜੰਟਸ ਕੋਈ ਵੀ ਕੋਰਸ ਦੇ ਦਿੰਦੇ ਆ ਐਂਡ ਇੱਥੇ ਆ ਕੇ ਉਹ ਸਟੱਡੀ ਕੰਟੀਨਿਊ ਕਰਦੇ ਆ। ਮੇਰੇ ਨਾਲ ਜੋ ਮੈਂ ਉਰੇ ਆ ਕੇ ਸਭ ਤੋਂ ਪਹਿਲਾਂ ਫੇਸ ਕੀਤਾ, ਸਭ ਤੋਂ ਪਹਿਲਾਂ ਮੈਨੂੰ ਹੋਇਆ ਕਿ ਜੋ ਮੈਂ ਉਰੇ ਸਟੱਡੀ ਲੈ ਕੇ ਆਈ ਹਾਂ ਉਹ ਮੇਰੇ ਲਈ ਸਹੀ ਨਹੀਂ ਹੈਗੀ। ਉੱਥੋਂ ਪ੍ਰੋਪਰ ਗਾਈਡੈਂਸ ਨਹੀਂ ਮਿਲਦੀ ਹੈਗੀ ਸਟੂਡੈਂਟਸ, ਨੌਲੇਜ ਨਾ ਹੋਣਾ। ਹਾਂਜੀ, ਕਿਉਂਕਿ ਉਹਨਾਂ ਨੂੰ ਇੱਕ ਵਾਰ ਸਟੂਡੈਂਟਸ ਨੂੰ ਲੱਗਦਾ ਕਿ ਵੀਜ਼ਾ ਆ ਗਿਆ ਬਸ ਕੈਨੇਡਾ ਚੱਲੋ। ਹਾਂਜੀ, ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਸਟੱਡੀ ਸਾਡੇ ਲਈ ਕੀ ਵੈਲਿਊ ਰੱਖਦੀ ਆ। ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਸਾਡੀ ਆਡੀਅנס 'ਚ ਵੀ ਬਹੁਤ ਸਟੂਡੈਂਟਸ ਆਉਂਦੇ ਨੇ ਤੇ ਆਪਾਂ ਸੁਣਦੇ ਹਾਂ ਕਿ ਉਹਨਾਂ ਦੇ ਕੋਰਸ ਸਹੀ ਨਹੀਂ ਹੈਗੇ, ਫਿਰ ਉਹਨਾਂ ਨੂੰ ਕਾਲਜ ਚੇਂਜ ਕਰਨੇ ਪੈਂਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਹੋਰ ਕੀ ਪ੍ਰੋਬਲਮਸ ਆਈਆਂ? ਹਾਂਜੀ, ਮੈਂ ਪਹਿਲਾਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਟੂਡੈਂਟਸ ਨੂੰ ਪਹਿਲਾਂ ਪ੍ਰੋਪਰ ਗਾਈਡੈਂਸ ਉੱਥੋਂ ਲੈ ਕੇ ਆਉਣਾ ਚਾਹੀਦਾ। ਉਹਨਾਂ ਦੀ ਜਿਸ ਕਿਸੇ ਵੀ ਕੋਰਸ ਦੇ ਵਿੱਚ ਇੰਟਰਸਟ ਹੈ ਉਹਨਾਂ ਨੂੰ ਉਹੀ ਕੋਰਸ ਲੈ ਕੇ ਆਉਣਾ ਚਾਹੀਦਾ, ਚਾਹੇ 4 ਮਹੀਨੇ ਵੱਧ ਲੱਗ ਜਾਣ, ਪਰ ਉਹਨਾਂ ਨੂੰ ਪ੍ਰੋਪਰ ਕੋਰਸ ਉੱਥੋਂ ਲੈ ਕੇ ਆਉਣਾ ਚਾਹੀਦਾ ਤਾਂ ਕਿ ਉਹ ਇੱਥੇ ਆ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ। ਮੇਰੀ ਸਭ ਤੋਂ ਪਹਿਲਾਂ ਪ੍ਰੋਬਲਮ ਜਿਹੜੀ ਆਈ ਸੀ ਮੈਨੂੰ, ਮੈਂ ਫਸਟ ਡੇ ਕਾਲਜ ਗਈ, ਉਹ ਮੇਰੇ ਕਾਲਜ ਦਾ ਸਭ ਤੋਂ ਵਰਸਟ ਦਿਨ ਸੀ। ਤੁਸੀਂ ਦੱਸੋਗੇ ਕਿ ਉਹ ਵਰਸ ਕਿਉਂ ਸੀਗਾ? ਕਿਉਂਕਿ ਸਭ ਤੋਂ ਪਹਿਲਾਂ ਤਾਂ ਆਪਾਂ ਉਰੇ ਆਪਣੇ ਮਾਪਿਆਂ ਨੂੰ ਛੱਡ ਕੇ ਆਉਂਦੇ ਆ, ਆਪਾਂ ਉਰੇ ਲੱਖਾਂ ਹੀ ਸੁਪਨੇ ਲੈ ਕੇ ਆਉਂਦੇ ਆ। ਉਹਨਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਸੋਚਦੇ ਆ ਕਿ ਆਪਾਂ ਬਹੁਤ ਮਿਹਨਤ ਕਰਨੀ ਆ। ਹਾਂਜੀ, ਆਪਾਂ ਇੱਥੇ ਆਪਣੀ ਇੱਕ ਲਾਈਫ ਸਟਾਈਲ ਪ੍ਰੋਪਰ ਇੱਕ ਆਇਡੈਂਟੀਟੀ ਬਣਾਉਣ ਲਈ ਆਉਂਦੇ ਆ। ਤੇ ਮੈਂ ਜਦੋਂ ਫਸਟ ਡੇ ਕਾਲਜ ਗਈ ਤਾਂ ਮੈਨੂੰ ਸਾਰਾ ਕੁਝ ਹੀ ਨਿਊ ਲੱਗ ਰਿਹਾ ਸੀਗਾ ਕਿ ਮੈਨੂੰ ਨਹੀਂ ਪਤਾ ਸੀ ਕਿ ਜਾਣਾ ਕਿੱਦਾਂ। ਮੇਰੇ ਨਾਲ ਬਹੁਤ ਹਾਰਡ ਹੁੰਦਾ ਕਿ ਸਭ ਕੁਝ ਛੱਡ ਕੇ ਇੱਕ ਬਹੁਤ ਛੋਟੀ ਏਜ ਦੇ ਵਿੱਚ ਆ ਜਾਣਾ। ਹਾਂਜੀ, ਮੇਰਾ ਇੱਥੇ ਕੋਈ ਵੀ ਰਿਸ਼ਤੇਦਾਰ ਵੀ ਨਹੀਂ ਹੈਗਾ ਸੀਗਾ ਕਿ ਜੋ ਮੈਨੂੰ ਪ੍ਰੋਪਰ ਹੈਲਪ ਕਰ ਸਕੇ, ਮੈਨੂੰ ਕਾਲਜ ਛੱਡ ਕੇ ਆ ਸਕੇ। ਸੋ ਮੈਨੂੰ ਉੱਥੇ ਆ ਕੇ ਕਾਫੀ ਇਕੱਲਾਪਨ ਮਹਿਸੂਸ ਹੋਇਆ। ਮੈਂ ਆਪਣੇ ਘਰ ਨੂੰ ਬਹੁਤ ਮਿਸ ਕਰ ਰਹੀ ਸੀ, ਹਰ ਇੱਕ ਸਟੂਡੈਂਟ ਕਰਦਾ ਸ਼ੁਰੂ ਦੇ ਵਿੱਚ। ਐਂਡ ਮੇਰਾ ਸਟੱਡੀ ਦੇ ਵਿੱਚ ਵੀ ਬਿਲਕੁਲ ਵੀ ਮਨ ਨਹੀਂ ਲੱਗਿਆ ਹੈਗਾ। ਐਂਡ ਮੈਂ ਸੋਚਿਆ ਕਿ ਜੋ ਮੈਂ ਕੋਰਸ ਲੈ ਕੇ ਆਈ ਹਾਂ, ਮੈਂ ਇੱਥੇ ਆ ਕੇ ਰਿਅਲਾਈਜ਼ ਕੀਤਾ ਕਿ ਉਹ ਸਹੀ ਨਹੀਂ ਹੈਗਾ ਮੇਰੇ ਲਈ। ਮੇਰੇ ਮਨ ਦੇ ਵਿੱਚ ਸੀਗਾ ਕਿ ਮੈਨੇ ਚੇਂਜ ਕਰਨਾ, ਮੈਂ ਨਹੀਂ ਪਰਸਿਊ ਨਹੀਂ ਕਰ ਸਕਦੀ। ਕਿਰਨ ਨੇ ਆਪਣੇ ਆਪ ਨੂੰ ਕਿੱਦਾਂ ਮੋਟੀਵੇਟ ਕੀਤਾ? ਇੱਕ ਟਾਈਮ ਤੇ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਬਿਲਕੁਲ ਹੀ ਹੋਪ ਛੱਡਤੀ ਸੀਗੀ। ਮੈਂ ਸੋਚ ਲਿਆ ਸੀਗਾ ਕਿ ਕਿਰਨ ਵਾਪਸ ਜਾਣਾ, ਮੈਂ ਨਹੀਂ ਇੱਥੇ ਸੈੱਟ ਹੋ ਸਕਦੀ। ਫਿਰ ਹੌਲੀ ਮੈਂ ਸੋਚਿਆ ਕਿ ਯਾਰ ਮੇਰੇ ਘਰਦਿਆਂ ਨੂੰ ਵੀ ਮੇਰੇ ਤੋਂ ਬਹੁਤ ਉਮੀਦਾਂ ਨੇ, ਸਾਰਿਆਂ ਨੂੰ ਮੇਰੇ ਤੋਂ ਉਮੀਦਾਂ ਨੇ ਐਂਡ ਮੈਂ ਆਪਣੀ ਲਾਈਫ ਦੇ ਵਿੱਚ ਵੀ ਅੱਗੇ ਵਧਣਾ ਚਾਹੁੰਦੀ ਸੀ। ਮੈਂ ਐਡੇ ਵੱਡੇ ਸੁਪਨੇ ਲੈ ਕੇ ਇੱਥੇ ਆਈ ਸੀ ਤੇ ਉਹ ਕਿਰਨ ਕਿੱਥੇ ਆ? ਰਾਈਟ। ਤੇ ਫਿਰ ਮੈਂ ਸੋਚਿਆ ਕਿ ਨਹੀਂ, ਮੈਂ ਇੰਨੀ ਜਲਦੀ ਹੋਪ ਨਹੀਂ ਛੱਡ ਸਕਦੀ। ਆਈ ਹੈਵ ਟੂ ਟਰਾਈ ਐਂਡ ਹੋਪ ਨਹੀਂ ਛੱਡਣੀ ਚਾਹੀਦੀ। ਮੈਂ ਆਪਣੇ ਆਪ ਨੂੰ ਸੈਲਫ ਮੋਟੀਵੇਟ ਕੀਤਾ ਐਂਡ ਦੈਨ ਮੈਂ ਕਾਲਜ ਚੇਂਜ ਕੀਤਾ। ਸਭ ਤੋਂ ਜਿਹੜੀ ਮੇਰੀ ਵੱਡੀ ਪ੍ਰੋਬਲਮ ਸੀ ਸਟੱਡੀ ਦੀ, ਫਿਰ ਮੈंने ਉਹਨੂੰ ਸੌਰਟ ਆਊਟ ਕੀਤਾ ਐਂਡ ਕਿਰਨ ਇੱਕ ਗੱਲ ਮੈਂ ਹੋਰ ਜਾਣਨਾ ਚਾਹੂੰਗੀ। ਜਿਵੇਂ ਜ਼ਿਆਦਾਤਰ ਮੈਨੂੰ ਸਟੂਡੈਂਟਸ ਮਿਲਦੇ ਨੇ, ਸਾਰੇ ਕਹਿੰਦੇ ਨੇ ਵਿਨੀਪੈਗ 'ਚ ਦਾ ਕੰਮ ਹੀ ਨਹੀਂ ਆ, ਤੇ ਤੁਸੀਂ ਕੰਮ ਲਈ ਕਿਵੇਂ ਸਟਰਗਲ ਕਰਿਆ? ਹਾਂਜੀ, ਇਹ ਮੇਰਾ ਸੈਕਿੰਡ ਪੁਆਇੰਟ ਆ ਜਾਂਦਾ ਕੰਮ ਦਾ। ਆਫਟਰ ਸਟੱਡੀ ਹਰ ਕੋਈ ਚਾਹੁੰਦਾ ਕਿ ਕਿਉਂਕਿ ਆਪਣਾ ਖਰਚਾ ਚਲਾਉਣ ਲਈ ਉਰੇ ਆਪਾਂ ਨੂੰ ਸਭ ਨੂੰ ਆਪਾਂ ਪਾਰਟ ਟਾਈਮ ਕੰਮ ਕਰ ਸਕਦੇ ਹਾਂ ਤੇ ਆਪਾਂ ਨੂੰ ਕੰਮ ਕਰਨਾ ਪੈਂਦਾ ਵਾ ਆਪਣਾ ਖਰਚਾ ਚਲਾਉਣ ਲਈ। ਸੋ ਵਿਨੀਪੈਗ ਦੇ ਵਿੱਚ ਕੰਮ ਮਿਲਣਾ ਥੋੜਾ ਬਹੁਤ ਔਖਾ ਹੈਗਾ। ਮੇਰੇ ਨਾਲ ਦਾ ਜਿੰਨਾ ਵੀ ਫਰੈਂਡ ਸਰਕਲ ਸੀ, 50% ਆਫ ਮਾਈ ਫਰੈਂਡਸ ਮੂਵ ਹੋ ਗਏ ਨਾਲ ਦੇ ਪ੍ਰੋਵਿੰਸਸ ਦੇ ਵਿੱਚ। ਉਹਨਾਂ ਨੇ ਮੈਨੂੰ ਵੀ ਸਲਾਹ ਦਿੱਤੀ ਕਿ ਇੱਥੇ ਨਹੀਂ ਕੰਮ ਮਿਲਣਾ, ਇੱਥੇ ਕੰਮ ਬਹੁਤ ਔਖਾ। ਮੈਨੂੰ ਨੈਗੇਟਿਵਿਟੀ ਮਿਲੀ ਸੀਗੀ। ਸੋ ਪਰ ਮੈਂ ਸੋਚਿਆ ਕਿ ਨਹੀਂ, ਮੈਨੂੰ ਟਰਾਈ ਕਰਦੇ ਰਹਿਣਾ ਚਾਹੀਦਾ, ਅੱਜ ਨਹੀਂ ਤਾਂ ਕੱਲ ਕੰਮ ਮਿਲ ਜਾਣਾ। ਬਟ ਤੁਸੀਂ ਵਿਨੀਪੈਗ ਨੂੰ ਹੀ ਕਿਉਂ ਸਿਲੈਕਟ ਕਰਿਆ? ਤੁਸੀਂ ਕਿਉਂ ਨਹੀਂ ਸੋਚਿਆ ਕਿ ਉਹ ਮੂਵ ਹੋ ਗਏ, ਅਸੀਂ ਵੀ ਮੂਵ ਹੋ ਜਾਈਏ? ਐਕਚੁਅਲੀ ਮੈਂ ਸ਼ੁਰੂ ਤੋਂ ਇਹ ਸੋਚ ਕੇ ਆਈ ਸੀਗੀ ਕਿ
ਲਾਈਕ ਸਾਰੇ ਉੱਥੋਂ ਜਾਂਦੇ ਨੇਗੇ ਕਿ ਬਰੈਂਪਟਨ ਜਾਣਾ, ਟੋਰੰਟੋ ਜਾਣਾ ਜਾਂ ਵੈਂਕੂਵਰ ਜਾਣਾ। ਮੈਂ ਸੋਚਿਆ ਸੀ ਕਿ ਇਹ ਆਲਰੇਡੀ ਡਿਵੈਲਪਡ ਸਿਟੀਜ਼ ਨੇ, ਲਾਈਕ ਮੈਂ ਇੱਕ ਇਹੋ ਜਿਹੀ ਸਿਟੀ ਦੇ ਵਿੱਚ ਜਾਣਾ ਚਾਹੁੰਦੀ ਸੀ ਕਿ ਜੋ ਕਿ ਬਹੁਤ ਪੀਸਫੁਲ ਹੋਵੇ ਤੇ ਜਿੱਥੇ ਲਾਈਕ ਮੇਰੇ ਵਰਗੀ ਆਫਟਰ +2 ਵਿਦਆਊਟ ਐਨੀ ਐਕਸਪੀਰੀਅੰਸ ਇੱਕ ਨਿਊ ਕਮਰ ਸਟੂਡੈਂਟ ਐਡਜਸਟ ਕਰ ਸਕੇ। ਲਾਈਕ ਮੈਨੂੰ ਨਹੀਂ ਇੱਦਾਂ ਲੱਗਦਾ ਸੀ ਕਿ ਮੈਂ ਜਾਣ ਸਾਰ ਇੰਨੀ ਵੱਡੀ ਸਿਟੀਜ਼ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਪਾऊँ ਜਿੱਥੇ ਆਲਰੇਡੀ ਇੰਨਾ ਜ਼ਿਆਦਾ ਕੰਪੀਟੀਸ਼ਨ ਆ। ਤੇ ਫਿਰ ਤੁਹਾਨੂੰ ਕਿੰਨੇ ਟਾਈਮ ਬਾਅਦ ਜੌਬ ਮਿਲੀ, ਪਹਿਲੀ ਜੌਬ? ਅਪਰੋਕਸੀਮੇਟਲੀ ਮੈਨੂੰ 1 ਸਾਲ ਤੋਂ ਉੱਪਰ ਹੋ ਗਿਆ ਸੀਗਾ ਕਿ ਮੈਂ ਜੌਬ ਲੱਭ ਰਹੀ ਸੀ, ਪਰ ਮੈਂ ਹੋਪ ਨਹੀਂ ਛੱਡੀ। ਮੈਂ ਕੰਟੀਨਿਊ ਰੱਖਿਆ, ਮਤਲਬ ਲਾਈਕ ਮੇਰੀ ਸਟੱਡੀ ਵੀ ਚੱਲ ਰਹੀ ਸੀਗੀ, ਮੇਰੇ ਨਾਲ ਦੇ ਸਾਰੇ ਜੌਬ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਜਾਣਾ ਹੁੰਦਾ ਸੀ ਜੌਬ ਤੇ ਵੀਕਐਂਡ ਤੇ ਮੈਂ ਘਰੇ ਵਿਹਲੀ ਹੁੰਦੀ ਸੀ। ਲਾਈਕ ਮੈਂ ਵੀ ਹਮੇਸ਼ਾ ਸੋਚਦੀ ਸੀ ਕਿ ਉਹ ਦਿਨ ਕਦੋਂ ਆਊ ਜਦੋਂ ਮੈਨੂੰ ਜੌਬ ਮਿਲੂ। ਮੈਂ ਬਹੁਤ ਕੋਸ਼ਿਸ਼ ਕਰੀ, ਮੈਨੂੰ ਬਹੁਤ ਕੈਸ਼ ਤੇ ਵੀ ਜੌਬਸ ਦੇ ਆਫਰ ਮਿਲੇ ਸੀ। ਫਿਰ ਮੈਂ ਲਾਈਕ ਉਰੇ ਬਹੁਤ ਐਕਸਪਲੋਇਟ ਕੀਤਾ ਜਾਂਦਾ ਸਟੂਡੈਂਟਸ ਨੂੰ ਕੈਸ਼ ਤੇ। ਲਾਈਕ ਮੈਨੂੰ ਆਫਰ ਮਿਲੀ ਕਿ $5 ਤੇ ਤੁਸੀਂ ਕੰਮ ਕਰ ਲਓ ਇੱਥੇ ਸਾਡੇ ਕੋਲ, ਹੈ ਨਾ। ਤੇ ਮੈਂ 2 ਕੁ ਦਿਨ ਕੰਮ ਕੀਤਾ, ਫਿਰ ਮੈਂ ਸੋਚਿਆ ਕਿ ਇੰਡੀਆ ਤੋਂ ਮੈਂ ਇੱਥੇ ਇਹ ਕਰਨ ਤਾਂ ਨਹੀਂ ਆਈ ਸੀ। ਲਾਈਕ ਅੱਜ ਜੇ ਮੈਂ ਇਹਨਾਂ ਨੂੰ ਇੱਥੇ ਕੰਮ ਕਰਕੇ $5 ਤੇ ਕੰਮ ਕਰਕੇ ਮੈਂ ਇਹਨਾਂ ਨੂੰ ਵਧਾਵਾ ਦੇ ਰਹੀ ਹਾਂ। ਸਹੀ ਗੱਲ ਆ ਕਿ ਉਹੀ ਸੇਮ ਟੂ ਸੇਮ ਕੰਮ ਆਪਾਂ ਇੱਕ ਸਿਸਟਮ ਹੈ ਨਾ, ਸਿਸਟਮ ਨੂੰ ਚੇਂਜ ਕਰਨ ਆਏ। ਹਾਂਜੀ, ਸਿਸਟਮ ਨੂੰ ਚੇਂਜ ਕਰਨ ਆਇਆ ਤੇ ਜੇ ਆਪਾਂ ਆ ਕੇ ਇੱਥੇ ਉਹੀ ਸਾਰਾ ਕੁਝ ਕਰਨਾ ਸੋ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੋਇਆ। ਸੋ ਮੈਂ 2 ਜਾਂ 3 ਦਿਨ ਕੰਮ ਕੀਤਾ ਤੇ ਫਿਰ ਮੈਨੇ ਉਹਨਾਂ ਨੂੰ ਮਨਾ ਕਰਤਾ ਕਿ ਨਹੀਂ, ਕਿ ਮੈਂ ਇੱਦਾਂ ਨਹੀਂ ਕਰ ਸਕਦੀ। ਤੇ ਫਿਰ ਮੈਨੂੰ ਘਰੇ ਬੈਠਣਾ ਮਨਜ਼ੂਰ ਸੀ, ਪਰ ਮੈਂ ਇੱਦਾਂ ਨਹੀਂ ਕਰ ਸਕਦੀ ਸੀ ਕਿ ਹਾਂ $5 ਤੇ। ਲਾਈਕ ਮੈਂ ਕੰਮ ਇੰਨਾ ਜ਼ਿਆਦਾ ਕਰ ਰਹੀ ਸੀ ਤੇ ਉਹਦੇ ਅਕੋਰਡਿੰਗ ਮੈਨੂੰ ਇੱਕ ਮਿਨੀਮਮ ਵੇਜ ਵੀ ਨਹੀਂ ਮਿਲ ਪਾ ਰਹੀ ਸੀਗੀ। ਓਕੇ, ਫਿਰ ਤੁਸੀਂ ਅੱਗੇ ਕਿੱਦਾਂ ਲਾਈਕ ਜੌਬ ਫਾਈਂਡ ਆਊਟ ਕਰੀ? ਲਾਈਕ ਮੈਂ ਕੰਟੀਨਿਊਸਲੀ ਰੈਜ਼ਮੇ ਵੰਡੇ, ਮੈਨੂੰ ਬਹੁਤ ਰੈਫਰੈਂਸਿਸ ਵੀ ਆਈਆਂ, ਇੰਟਰਵਿਊਜ਼ ਵੀ ਹੋਏ। ਕਹਿੰਦੇ ਹੁੰਦੇ ਕਿ ਮਿਹਨਤ ਕਰੀ ਜਾਓ, ਪਹਿਲੀ ਟਰਾਈ ਤੇ ਕਦੇ ਵੀ ਰੱਬ ਆਪਾਂ ਨੂੰ ਕੁਝ ਵੀ ਨਹੀਂ ਦਿੰਦਾ। ਇੰਨੀ ਆਸਾਨੀ ਨਾਲ ਜੇ ਕੋਈ ਚੀਜ਼ ਮਿਲ ਜੇ ਤਾਂ ਆਪਾਂ ਨੂੰ ਉਸ ਚੀਜ਼ ਦੀ ਵੈਲਿਊ ਨਹੀਂ ਪਤਾ ਲੱਗਦੀ। ਸੋ ਮੈਨੂੰ ਲਾਈਕ ਹੁਣ ਮੈਨੂੰ ਪਤਾ ਕਿ ਹਾਂ ਇੱਕ ਜੌਬ ਦੀ ਵੈਲਿਊ ਮੇਰੇ ਲਈ ਕੀ ਆ, ਕਿਉਂਕਿ ਪ੍ਰੋਪਰ 1 ਸਾਲ ਬਾਅਦ ਮੈਨੂੰ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਬਹੁਤ ਹਾਰਡ ਵਰਕ ਨਾਲ ਮੈਨੂੰ ਜੌਬ ਮਿਲੀ ਆ। ਤੁਹਾਡੇ ਨਾਲ ਕਦੇ ਇਦਾਂ ਵੀ ਹੋਇਆ ਕਿ ਤੁਸੀਂ ਜੌਬ ਲਈ ਗਏ ਤੇ ਤੁਹਾਨੂੰ ਕਿਸੇ ਨੇ ਕਹਿਤਾ ਨਹੀਂ ਉੱਥੇ ਟਰਾਈ ਨਾ ਕਰਿਓ, ਉਹ ਵਧੀਆ ਨਹੀਂ? ਹਾਂਜੀ, ਈਵਨ ਜਿਹੜੀ ਮੈਂ ਕਰੰਟਲੀ ਜੌਬ ਕਰ ਰਹੀ ਹਾਂ, ਇਹ ਮੇਰੀ ਜੌਬ ਬਹੁਤ ਵਧੀਆ। ਲਾਈਕ ਮੈਨੂੰ ਇੰਨੇ ਟਾਈਮ ਬਾਅਦ ਜੌਬ ਮਿਲੀ ਹੈਗੀ ਤੇ ਐਂਡ ਤੇ ਜੋ ਮਿਲਿਆ, ਕਹਿੰਦੇ ਮਿਹਨਤ ਦਾ ਫਲ ਮਿੱਠਾ ਹੁੰਦਾ। ਸੋ ਮੈਨੂੰ ਮੇਰੇ ਓਨਰ ਵੀ ਬਹੁਤ ਵਧੀਆ ਨੇ, ਮੇਰੇ ਕੋਵਰਕਰਸ ਵੀ ਬਹੁਤ ਵਧੀਆ ਨੇ। ਲਾਈਕ ਜਦੋਂ ਮੈਂ ਇੱਥੇ ਫਸਟ ਡੇ ਗਈ ਸੀਗੀ, ਮੈਨੂੰ ਮੇਰੇ ਨਾਲਦਿਆਂ ਨੇ ਬਹੁਤ ਨੇ ਕਿਹਾ ਸੀ ਕਿ ਤੂੰ ਇੱਥੇ ਕੰਮ ਨਾ ਕਰ, ਓਨਰ ਇੱਦਾਂ ਟਾਈਮ ਟੂ ਟਾਈਮ ਪੇ ਨਹੀਂ ਮਿਲਦੀ ਹੈਗੀ, ਕੰਮ ਔਖਾ ਵਾ, ਇੱਦਾਂ ਨਹੀਂ ਉੱਦਾਂ ਨਹੀਂ। ਲਾਈਕ ਫਿਰ ਮੈਂ ਘਰੇ ਆ ਕੇ ਲਾਈਕ ਸੋਚਿਆ ਕਿ ਯਾਰ ਮੈਨੂੰ ਕੀ ਕਰਨਾ ਚਾਹੀਦਾ। ਫਿਰ ਮੈਂ ਸੋਚਿਆ ਕਿ 1 ਸਾਲ ਤੋਂ ਮੈਂ ਫ੍ਰੀ ਬੈਠੀ ਸੀਗੀ, ਤਾਂ ਹੁਣ ਮੈਨੂੰ ਜੇ ਚਾਂਸ ਮਿਲਿਆ ਤਾਂ ਮੈਂ ਇੱਕ ਵਾਰੀ ਐਕਸਪੀਰੀਅੰਸ ਕਰਕੇ ਦੇਖਾਂ। ਸੋ ਮੈंने ਐਕਸਪੀਰੀਅੰਸ ਕੀਤਾ, ਐਵਰੀਥਿੰਗ ਵਾਸ ਗੁੱਡ। ਲਾਈਕ ਜਿਹੜੇ ਸਟੂਡੈਂਟਸ ਇਸ ਟਾਈਮ ਹਾਂਜੀ ਇੱਥੇ ਲਾਈਕ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਏ ਆ ਜਾਂ ਨਿਊ ਸਟੂਡੈਂਟਸ ਆਏ ਆ, ਹਨਾ, ਤੇ ਤੁਸੀਂ ਉਹਨਾਂ ਨੂੰ ਤੁਸੀਂ ਕਿੱਦਾਂ ਗਾਈਡ ਕਰਨਾ ਚਾਹੋਗੇ? ਹਾਂਜੀ, ਮੈਂ ਉਹਨਾਂ ਨੂੰ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਆ ਕੇ ਹੋਪ ਨਾ ਛੱਡੋ। ਲਾਈਕ ਮਿਹਨਤ ਕਰਦੇ ਰਹੋ, ਕਿਉਂਕਿ ਮਿਹਨਤ ਦੇ ਨਾਲ ਹੀ ਆਪਾਂ ਨੂੰ ਹਮੇਸ਼ਾ ਚੀਜ਼ ਲਾਈਕ ਆਪਾਂ ਕੁਝ ਵੀ ਹਾਸਿਲ ਕਰ ਸਕਦੇ ਹਾਂ। ਮਿਹਨਤ ਕਰਦੇ ਰਹੋ। ਬਾਕੀ ਇੱਥੇ ਵਿਨੀਪੈਗ ਦੇ ਵਿੱਚ ਬਹੁਤ ਸਾਰੀਆਂ ਏਜੰਸੀਜ਼, NGOs ਨੇ ਜੋ ਲਾਈਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੇ ਜੋ ਕਿ ਨਿਊ ਇਮੀਗ੍ਰੈਂਟਸ ਐਂਡ ਇੰਟਰਨੈਸ਼ਨਲ ਸਟੂਡੈਂਟਸ ਦੀ ਹੈਲਪ ਕਰਦੇ ਨੇ, ਉਹਨਾਂ ਨੂੰ ਫ੍ਰੀ ਆਫ ਕਾਸਟ ਲਾਈਕ ਜੌਬ ਦਿਵਾਉਣ ਦੇ ਵਿੱਚ। ਬਾਕੀ ਏਜੰਸੀਜ਼ ਨੇ ਜਿੱਥੇ ਆਪਾਂ ਆਪਣਾ ਰੈਜ਼ੂਮੇ ਦੇ ਸਕਦੇ ਹਾਂ, ਲੋਕ ਅੱਗੇ ਆਪਾਂ ਨੂੰ ਰੈਫਰ ਕਰ ਸਕਦੇ ਆ। ਸੋ ਆਪਾਂ ਨੂੰ ਆਲਵੇਜ਼ ਲਾਈਕ ਟਰਾਈ ਕਰਦੇ ਰਹਿਣਾ ਚਾਹੀਦਾ ਜਿੱਥੇ ਹਾਇਰਿੰਗ ਚੱਲਦੀ ਆ। ਬਹੁਤ ਸਾਰੀਆਂ ਐਪਸ ਵੀ ਨੇ ਆਨਲਾਈਨ, ਲਾਈਕ ਆਪਾਂ ਕਰ ਸਕਦੇ ਹਾਂ, ਹਾਇਰਿੰਗ ਚੱਲਦੀ ਰਹਿੰਦੀ ਆ। ਜਸਟ ਇੱਕ ਆਪਾਂ ਨੂੰ ਚਾਹੀਦੀ ਆ ਗਾਈਡੈਂਸ ਕਿ ਆਪਾਂ ਸਹੀ ਥਾਂ ਤੇ ਜਾ ਕੇ ਆਪਾਂ ਕੰਮ ਅਪਲਾਈ ਕਰੀਏ। ਤੇ ਇੱਕ ਬਹੁਤ ਵੱਡਾ ਇਸ਼ੂ ਚੱਲ ਰਿਹਾ, ਇੱਕ ਬਹੁਤ ਵੱਡਾ ਮੁੱਦਾ ਚੱਲ ਰਿਹਾ ਇੰਟਰਨੈਸ਼ਨਲ ਸਟੂਡੈਂਟਸ ਦਾ, ਤੁਹਾਡੇ ਉਹਦੇ ਬਾਰੇ ਕੀ ਵਿਚਾਰ ਨੇ? ਮੈਂ ਜਸਟ ਇਹੀ ਕਹਿਣਾ ਚਾਹੂੰਗੀ ਇਸ ਮੁੱਦੇ ਤੇ, ਲਾਈਕ ਇਹ ਮੁੱਦਾ ਨਹੀਂ ਹੈਗਾ, ਲੋਕਾਂ ਨੇ ਚੱਕ ਕੇ ਇਹਨੂੰ ਮੁੱਦਾ ਬਣਾਤਾ। ਹਰ ਕੋਈ ਇੱਥੇ ਮਿਹਨਤ ਕਰਨ ਆਉਂਦਾ, ਹਰ ਕੋਈ ਇੱਥੇ ਆਪਣਾ ਲਾਈਫ ਸਟਾਈਲ ਸੈੱਟ ਕਰਨ ਆਉਂਦਾ, ਹਰ ਕੋਈ ਇੱਥੇ ਸਕਸੈਸਫੁਲ ਹੋਣ ਆਉਂਦਾ, ਠੀਕ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਸਟੂਡੈਂਟ ਮਾੜੇ ਨੇ ਜਾਂ ਫਿਰ ਸਾਰੇ PR ਔਰ ਸਿਟੀਜ਼ਨ ਮਾੜੇ ਨੇ। ਇਹ ਜਸਟ ਲਾਈਕ ਕੋਈ ਇੱਕ ਜਾਂ ਕੋਈ ਮਤਲਬ ਲਾਈਕ ਇੰਨੀ ਭੀੜ ਦੇ ਵਿੱਚੋਂ ਇੱਕ ਅੱਧਾ ਜਾਣਾ ਕੋਈ ਹੁੰਦਾ ਜੋ ਗਲਤ ਕੰਮ ਕਰਦਾ ਐਂਡ ਉਹਦੇ ਥਰੂ ਸਾਰੀ ਕੈਟੇਗਰੀ ਮਾੜੀ ਵੱਜ ਜਾਂਦੀ ਹੈ। ਆਪਾਂ ਕਿਸੇ ਵੀ ਕੈਟੇਗਰੀ ਨੂੰ ਮਾੜਾ ਨਹੀਂ ਕਹਿ ਸਕਦੇ। ਜੇ ਆਪਾਂ ਕਹੀਏ ਕਿ ਇੰਟਰਨੈਸ਼ਨਲ ਸਟੂਡੈਂਟਸ ਕੁੜੀਆਂ ਸਾਰੀਆਂ ਮਾੜੀਆਂ, ਤਾਂ ਸਾਰੀਆਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ।
ਸੋ ਆਪਾਂ ਕਿਸੇ ਇੱਕ ਜਾਣੇ ਨੂੰ ਮਾੜਾ ਨਹੀਂ ਕਹਿ ਸਕਦੇ। ਜਦੋਂ ਤੁਸੀਂ ਇਹ ਚੀਜ਼ਾਂ ਸੁਣਦੇ ਹੋ ਤੁਸੀਂ ਪਰਸਨਲੀ ਕੀ ਫੀਲ ਕਰਦੇ ਹੋ ਉਸ ਟਾਈਮ? ਲਾਈਕ ਮੈਨੂੰ ਇਦਾਂ ਹੁੰਦਾ ਕਿ ਪਰਸਨਲੀ ਮੈਨੂੰ ਬਹੁਤ ਦੁੱਖ ਹੁੰਦਾ ਹੈ ਇਹ ਸੁਣ ਕੇ ਕਿ ਆਪਾਂ ਆਪਣੀ ਕੰਟਰੀ ਛੱਡ ਕੇ ਆਏ ਹਾਂ ਤਾਂ ਇੱਥੇ ਆਪਾਂ ਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਲਾਈਕ ਇੱਕ ਯੂਨਿਟੀ ਬਣਾ ਕੇ ਰੱਖਣਾ ਚਾਹੀਦਾ ਵਾ। ਜਿਵੇਂ PR ਸਿਟੀਜ਼ਨਸ ਨੂੰ ਸਟੂਡੈਂਟਸ ਦੀ ਹੈਲਪ ਕਰਨੀ ਚਾਹੀਦੀ ਆ, ਜਿੱਥੇ ਜਿੱਥੇ ਸਟੂਡੈਂਟਸ ਹੋ ਸਕਦਾ ਉੱਥੇ ਉਹਨਾਂ ਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ। ਲਾਈਕ ਆਪਾਂ ਇੱਥੇ ਇੱਕ ਦੂਜੇ ਨੂੰ ਅੰਡਰਸਟੈਂਡ ਕਰਕੇ ਚੱਲਣਾ ਚਾਹੀਦਾ ਕਰਕੇ ਯੂਨਿਟੀ ਤੇ ਜਿਹੜਾ ਇਹ ਗੈਪ ਵਧੀ ਜਾ ਰਿਹਾ ਇਹ ਗੈਪ ਨੂੰ ਘੱਟ ਕਰਨਾ ਹਾਂਜੀ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਕਿ ਆਪਣੇ ਲੋਕ ਹੀ ਆਪਣੀ ਕਮਿਊਨਿਟੀ ਆਪਸ ਦੇ ਵਿੱਚ ਇੱਥੇ ਲੜਦੀ ਰਹਿੰਦੀ ਆ ਹਾਂਜੀ। ਤੇ ਉਹ ਗੈਪ ਸਾਨੂੰ ਘਟਾਉਣਾ ਚਾਹੀਦਾ। ਇਹ ਤਾਂ ਉਹੀ ਗੱਲ ਹੋ ਗਈ ਨਾ ਕਿ ਆਪਾਂ ਵੀ ਨਹੀਂ ਅੱਗੇ ਵਧਣਾ ਤੇ ਦੂਸਰੇ ਨੂੰ ਵੀ ਨਹੀਂ ਵਧਣ ਦੇਣਾ। ਹੁਣ ਤੁਸੀਂ ਜਿਹੜੇ ਸਟੂਡੈਂਟਸ ਇੱਥੇ ਹੈਗੇ ਨੇ ਨਵੇਂ ਆਏ ਨੇ ਹਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਹਾਂਜੀ ਬਸ ਮੈਂ ਤਾਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਕਿਉਂਕਿ ਤੁਸੀਂ ਇੱਕ ਚੀਜ਼ ਦੇਖੀ ਹੋਗੀ ਅੱਜ ਕੱਲ ਇਹ ਚੀਜ਼ ਬਹੁਤ ਚੱਲ ਰਹੀ ਹੈ, ਕਿਸੇ ਨੇ ਸੁਸਾਈਡ ਕਰ ਲਿਆ, ਪ੍ਰੋਬਲਮਸ ਆਉਂਦੀਆਂ ਨੇ ਲਾਈਫ 'ਚ, ਉਹ ਪ੍ਰੋਬਲਮਸ ਨੂੰ ਕਿੱਦਾਂ ਫੇਸ ਕਰਨ? ਹਾਂਜੀ ਬਹੁਤ ਸਾਰੇ ਸਟੂਡੈਂਟਸ ਲਾਈਕ ਇੱਥੇ ਆ ਕੇ ਡਿਪਰੈਸਡ ਹੋ ਜਾਂਦੇ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਕਿਉਂਕਿ ਆਪਾਂ ਜਦੋਂ ਇੰਡੀਆ ਹੁੰਨੇ ਆ ਤਾਂ ਆਪਾਂ ਉੱਥੇ ਸੋਚਦੇ ਆ ਕਿ ਆਪਾਂ ਕੈਨੇਡਾ ਜਾ ਕੇ ਆਹ ਕਰਾਂਗੇ ਉਹ ਕਰਾਂਗੇ। ਲਾਈਕ ਉੱਥੇ ਬੈਠੇ ਨੂੰ ਆਪਾਂ ਨੂੰ ਇੱਥੋਂ ਦੀ ਲਾਈਫ ਬਹੁਤ ਈਜ਼ੀ ਲੱਗਦੀ ਆ ਕਿਉਂਕਿ ਜਿੱਦਾਂ ਵੀ ਆਪਾਂ ਆਪਣੇ ਨਾਲ ਦਿਆਂ ਨੂੰ ਛੋਟੀ ਏਜ ਆ ਕੇ ਖੁਦ ਫੀ ਪੇ ਕਰਨੀ, ਖੁਦ ਆਪਣਾ ਘਰ ਚਲਾਉਣਾ, ਬਹੁਤ ਪ੍ਰੋਬਲਮਸ ਹੋਣਾ। ਹਾਂਜੀ ਇਹ ਆਪਾਂ ਇਹਨੇ ਮੈਚੁਰ ਵੀ ਨਹੀਂ ਹੁੰਦੇ ਲਾਈਕ ਇੱਥੇ ਆ ਕੇ ਆਪਾਂ ਸੈਲਫ ਡਿਪੈਂਡੈਂਟ ਹੁੰਨੇ ਆ ਆਫਟਰ 12th ਗ੍ਰੇਡ ਇੱਥੇ ਆਉਣਾ। ਹਾਂਜੀ ਸੋ ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਹਮੇਸ਼ਾ ਲਾਈਕ ਹਾਰਡ ਵਰਕ ਕਰੋ, ਹੌਸਲਾ ਰੱਖੋ ਕਿ ਆਪਾਂ ਹਰ ਇੱਕ ਚੀਜ਼ ਨੂੰ ਅਚੀਵ ਕਰ ਸਕਦੇ ਹਾਂ। ਲਾਈਕ ਆਪਾਂ ਇੰਡੀਆ ਤੋਂ ਕੈਨੇਡਾ ਦਾ ਸਫ਼ਰ ਇਕੱਲੇ ਤੈਅ ਕਰ ਸਕਦੇ ਹਾਂ ਤਾਂ ਇੱਥੇ ਆ ਕੇ ਆਪਾਂ ਬਾਕੀ ਚੀਜ਼ਾਂ ਵੀ ਈਜ਼ੀਲੀ ਫੇਸ ਕਰ ਸਕਦੇ ਹਾਂ। ਬਾਕੀ ਆਪਣਾ ਆਪਣਾ ਵਿਊ ਪੁਆਇੰਟ ਹੁੰਦਾ ਲਾਈਕ ਇਫ ਮੈਂ ਜੇ ਦੱਸਾਂ ਤਾਂ ਮੈਂ ਆਪਣੀ ਲਾਈਫ ਨੂੰ ਮੈਂ ਕੰਮ ਵੀ ਕਰਦੀ ਹਾਂ ਲਾਈਕ ਮੈਂ ਸਟੱਡੀ ਵੀ ਕਰਦੀ ਹਾਂ ਤੇ ਮੈਂ ਆਪਣੀ ਲਾਈਫ ਨੂੰ ਪੂਰਾ ਇੰਜੋਏ ਕਰਦੀ ਹਾਂ। ਇਹ ਆਪਣੀ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਲਾਈਫ ਨੂੰ ਕਿੱਦਾਂ ਜੀਣਾ। ਹਾਂਜੀ ਹੁਣ ਕਈ ਕਹਿ ਦਿੰਦੇ ਨੇ ਕਿ ਅਸੀਂ ਤਾਂ ਇੰਨਾ ਬਿਜ਼ੀ ਰਹਿੰਦੇ ਹਾਂ ਕਿ ਸਾਨੂੰ ਤਾਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਲੱਗਦਾ। ਲਾਈਕ ਖੁਦ ਤੇ ਡਿਪੈਂਡ ਕਰਦਾ ਕਿ ਆਪਾਂ ਆਪਣੀ ਲਾਈਫ ਨੂੰ ਕਿੱਦਾਂ ਰੱਖਣਾ ਚਾਹੁੰਦੇ ਹਾਂ। ਠੀਕ ਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ। ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੂੰਗੀ ਕਿ ਅੱਜ ਆਪਾਂ ਕਿਰਨ ਦੇ ਨਾਲ ਡਿਸਕਸ ਕਰ ਰਹੇ ਸੀਗੇ ਕਿ ਕਿਹੜੀ ਪ੍ਰੋਬਲਮਸ ਇੰਟਰਨੈਸ਼ਨਲ ਸਟੂਡੈਂਟਸ ਫੇਸ ਕਰਦੇ ਆ। ਮੈਂ ਹਰ ਇੱਕ ਨੂੰ ਅਪੀਲ ਕਰਨਾ ਚਾਹੂੰਗੀ ਕਿ ਤੁਸੀਂ ਕਦੇ ਵੀ ਆਪਣੀ ਲਾਈਫ 'ਚ ਇੰਨਾ ਨੈਗੇਟਿਵ ਨਾ ਹੋ ਕਿ ਤੁਹਾਨੂੰ ਕੋਈ ਵੀ ਗਲਤ ਸਟੈਪ ਲੈਣਾ ਪਵੇ। ਤੁਸੀਂ ਦੂਜਿਆਂ ਦੀ ਕਹਾਣੀਆਂ ਤੋਂ ਸਿੱਖੋ ਕਿ ਜਦੋਂ ਉਹ ਇੱਥੇ ਆ ਕੇ ਗਰੋ ਕਰ ਸਕਦੇ ਆ ਤਾਂ ਅਸੀਂ ਵੀ ਕਰ ਸਕਦੇ ਹਾਂ। ਆਈ ਹੋਪ ਤੁਹਾਡੇ ਲਈ ਅੱਜ ਦਾ ਸੈਸ਼ਨ ਬਹੁਤ ਇਨਫੋਰਮੇਟਿਵ ਰਿਹਾ ਹੋਊਗਾ। ਕਿਰਨ ਦੀ ਕਹਾਣੀ ਤੋਂ ਤੁਸੀਂ ਕਾਫੀ ਕੁਝ ਸਿੱਖਿਆ ਹੋਊਗਾ। ਇਹਨਾਂ ਨੂੰ 1 ਸਾਲ ਜੌਬ ਨਹੀਂ ਮਿਲੀ ਫਿਰ ਵੀ ਇੰਨੇ ਪੋਜ਼ਿਟਿਵ ਨੇ ਤੇ ਜਿਹੜੇ ਇੱਥੇ ਜੌਬ ਸਰਚ ਕਰ ਰਹੇ ਨੇ ਉਹਨਾਂ ਨੂੰ ਛੇਤੀ ਹੀ ਜੌਬ ਮਿਲ ਜੂਗੀ। ਬਸ ਟਰਾਈ ਕਰਦੇ ਰਹੋ, ਆਨਲਾਈਨ ਅਪਲਾਈ ਕਰੋ, ਐਕਸਪਲੋਇਟ ਨਾ ਹੋ ਕਿਉਂਕਿ ਜਦੋਂ ਤੁਸੀਂ ਕੈਸ਼ 'ਤੇ ਕੰਮ ਕਰਦੇ ਹੋ ਤੁਸੀਂ ਐਕਸਪਲੋਇਟ ਹੁੰਦੇ ਹੋ। ਤੁਸੀਂ ਦੂਜੇ ਪਰਸਨ ਨੂੰ ਮੌਕਾ ਦੇ ਰਹੇ ਹੋ, ਉਹ ਮੌਕਾ ਨਾ ਦਿਓ। ਇੱਕ ਦਿਨ ਤੁਹਾਨੂੰ ਇੱਥੇ ਜੌਬ ਵੀ ਮਿਲ ਜਾਣੀ, ਤੁਸੀਂ ਸੈੱਟ ਵੀ ਹੋ ਜਾਣਾ। ਬਸ ਪੋਜ਼ਿਟਿਵ ਰਹੋ ਤੇ ਆਪਣੇ ਆਪ ਨੂੰ ਟਾਈਮ ਦਿਓ। ਧੰਨਵਾਦ ਕਿਰਨ। ਧੰਨਵਾਦ।